ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਬੰਧਨ ਛੁੱਟਣ ਦੇ ਵਿਸ਼ੇ ਤੇ 2 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਪਹਿਲੇ ਭਾਗ ਵਿੱਚ ਆਪ ਜੀ ਨੇ 8 ਬੰਧਨਾਂ ਦਾ ਜ਼ਿਕਰ ਕੀਤਾ ਸੀ, ਜੋ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਇਆ ਸੀ। ਹੁਣ ਦੂਜੇ ਭਾਗ ਵਿੱਚ 3 ਤਰ੍ਹਾਂ ਦੇ ਬੰਧਨ ਤੇ ਫਿਰ ਇਸ ਬੰਧਨ ਛੁੱਟਣ ਦਾ ਇਲਾਜ ਕੀ ਹੈ, ਇਹ ਦਰਸਾਇਆ ਹੈ। ਆਓ ਇਸ ਦੇ ਪਹਿਲੇ ਹਿੱਸੇ ਵਿੱਚ 2 ਤਰ੍ਹਾਂ ਦੇ ਬੰਧਨ, ਧਾਰਮਿਕ ਬੰਧਨ ਤੇ ਅਧਿਆਤਮਿਕ ਬੰਧਨ, ਇਸ ਦਾ ਜ਼ਿਕਰ ਕੀਤਾ ਹੈ। ਕਿਉਂਕਿ ਜਦੋਂ ਜਪ ਤਪ ਸੰਜਮ ਆਦਿ ਕਰਕੇ ਅਧਿਆਤਮਿਕਤਾ ਵਿੱਚ ਦਾਖਲ ਹੁੰਦੇ ਹਾਂ, ਉੱਥੇ ਵੀ ਸਾਨੂੰ ਸੰਗਲ ਪੈ ਸਕਦਾ ਹੈ। ਸੋ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਧਾਰਮਿਕ ਬੰਧਨ ਸੀਮਤ ਦਿਮਾਗੀ ਗਿਆਨ, ਅਧੂਰੇ ਗਲਤ ਨਿਸ਼ਚਿਆਂ ਅਤੇ ਧਾਰਮਿਕ ਭਰਮਾਂ ਦੁਆਰਾ ਅਗਮ ਅਪਾਰ ਅਖੰਡ ਸਰਬ ਵਿਆਪੀ ਸਰਬ ਸਾਂਝੀਵਾਲ ਜੋਤ ਸਰੂਪੀ ਪਰਮਾਤਮਾ ਨੂੰ ਅਸੀਂ ਸੀਮਤ ਹਸਤੀਆਂ ਮੰਨ ਕੇ ਵੰਡੀਆਂ ਪਾਈਆਂ ਹੋਈਆਂ ਹਨ। ਸਭੇ ਸਾਂਝੀਵਾਲ ਸਦਾਇਨ ਤੂੰ ਕਿਸੇ ਨ ਦਿਸੈ ਬਾਹਰਾ ਜੀਓ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ। ਇਸ ਤੋਂ ਇਲਾਵਾ ਗੁਰੂਆਂ ਅਤੇ ਅਵਤਾਰਾਂ ਦੇ ਸਰਬ ਸਾਂਝੇ ਆਦੇਸ਼ਾਂ ਤੇ ਉਪਦੇਸ਼ਾਂ ਅਥਵਾ ਧਰਮਾਂ ਨੂੰ ਵੀ ਅਸੀਂ ਧਾਰਮਿਕ ਤਵੱਸਬ ਦੁਆਰਾ ਤੋੜ ਮਰੋੜ ਕੇ ਆਪੂ ਘੜੇ ਕਰਮ ਕਾਂਡਾਂ ਅਤੇ ਅਸੂਲਾਂ ਦੇ ਬੰਧਨਾਂ ਵਿੱਚ ਜਕੜ ਦਿੱਤਾ ਹੈ। ਇਸੇ ਕਾਰਨ ਸਾਡੇ ਧਾਰਮਿਕ ਜੀਵਨ ਵਿੱਚ ਤਵੱਸਬ ਇਤਨਾ ਵੱਧ ਗਿਆ ਹੈ ਕਿ ਅਸੀਂ ਆਪੋ ਆਪਣੇ ਦ੍ਰਿੜ ਹੋਏ ਧਾਰਮਿਕ ਨਿਸ਼ਚਿਆਂ ਦੇ ਸੀਮਤ ਦਾਇਰੇ ਤੋਂ ਬਾਹਰ ਹੋਰ ਕਿਸੇ ਧਰਮ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਇਹਨਾਂ ਧਾਰਮਿਕ ਬੰਧਨਾਂ ਵਿੱਚ ਅਸੀਂ ਇਤਨੇ ਜਕੜੇ ਹੋਏ ਹਾਂ ਕਿ ਸਾਡਾ ਧਾਰਮਿਕ ਜੀਵਨ ਅਤ ਕਠਨ, ਕਟੜ ਅਤੇ ਦੁਖਦਾਈ ਹੋ ਗਿਆ ਹੈ। ਦੂਜਿਆਂ ਧਰਮਾਂ ਲਈ ਸਾਡੇ ਵਿੱਚ ਸਹਿਨਸ਼ੀਲਤਾ ਉੱਕੀ ਹੀ ਨਹੀਂ ਰਹੀ, ਜਿਸ ਕਾਰਨ ਅਕਸਰ ਧਾਰਮਿਕ ਤਵੱਸਬ ਦੁਆਰਾ ਧਰਮ ਦੇ ਨਾਂ ਉਤੇ ਆਪਸ ਵਿੱਚ ਵਾਦ ਵਿਵਾਦ, ਖਿੱਚੋ ਤਾਣ, ਵੈਰ ਵਿਰੋਧ, ਲੜਾਈ ਝਗੜੇ, ਖੂਨ ਖਰਾਬੇ ਅਤੇ ਅਕਹਿ ਜ਼ੁਲਮ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਧਰਮਾਂ ਅਥਵਾ ਮਜ਼ਹਬਾਂ ਨੂੰ ਵੰਡੀਆਂ ਪਾ ਕੇ ਧਾਰਮਿਕ ਕੱਟੜਤਾ ਦੁਆਰਾ ਇਤਨਾ ਤੰਗ ਦਾਇਰੇ ਵਿੱਚ ਜਕੜ ਦਿੱਤਾ ਹੈ ਕਿ ਇੱਕੇ ਧਰਮ ਦੇ ਅੱਡ-ਅੱਡ ਫਿਰਕੇ, ਸੰਪਰਦਾਵਾਂ, ਭੇਖ ਆਦਿ ਬਣ ਰਹੇ ਹਨ, ਜਿਸ ਕਾਰਨ ਇਹਨਾਂ ਫਿਰਕਿਆਂ ਦੇ ਵੀ ਆਪਸ ਵਿੱਚ ਵਾਦ ਵਿਵਾਦ, ਨਿੰਦਾ, ਵੈਰ ਵਿਰੋਧ, ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ। ਹਾਂਜੀ, ਦੂਜੇ ਧਰਮਾਂ ਲਈ ਤਾਂ ਸਾਡੇ ਅੰਦਰ ਸਹਿਨਸ਼ੀਲਤਾ ਨਹੀਂ ਰਹੀ, ਪਰ ਅਸੀਂ ਆਪਣੇ ਧਰਮ ਦੇ ਵੀ ਕਈ ਫਿਰਕੇ ਬਣਾ ਕੇ ਆਪਸ ਵਿੱਚ ਲੜਾਈ ਝਗੜੇ ਕਰਦੇ ਹਾਂ। ਫਿਰ ਦੁਹਰਾ ਦਈਏ, ਦੂਜੀਆਂ ਧਰਮਾਂ ਲਈ ਸਾਡੇ ਵਿੱਚ ਸਹਿਨਸ਼ੀਲਤਾ ਉੱਕਾ ਹੀ ਨਹੀਂ ਰਹੀ, ਜਿਸ ਕਾਰਨ ਅਕਸਰ ਧਾਰਮਿਕ ਤਵੱਸਬ ਦੁਆਰਾ ਧਰਮ ਦੇ ਨਾਂ ਉਤੇ ਆਪਸ ਵਿੱਚ ਵਾਦ ਵਿਵਾਦ, ਖਿੱਚੋ ਤਾਣ, ਵੈਰ ਵਿਰੋਧ, ਲੜਾਈਆਂ ਝਗੜੇ, ਖੂਨ ਖਰਾਬੇ ਅਤੇ ਅਕਹਿ ਜ਼ੁਲਮ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਧਰਮਾਂ ਅਥਵਾ ਮਜ਼ਹਬਾਂ ਨੂੰ ਵੰਡੀਆਂ ਪਾ ਕੇ ਧਾਰਮਿਕ ਕੱਟੜਤਾ ਦੁਆਰਾ ਇਤਨਾ ਤੰਗ ਦਾਇਰੇ ਵਿੱਚ ਜਕੜ ਦਿੱਤਾ ਹੈ ਕਿ ਇੱਕੇ ਧਰਮ ਦੇ ਅੱਡ-ਅੱਡ ਫਿਰਕੇ, ਸੰਪਰਦਾਵਾਂ, ਭੇਖ ਆਦਿ ਬਣ ਰਹੇ ਹਨ, ਜਿਸ ਕਾਰਨ ਇਹਨਾਂ ਫਿਰਕਿਆਂ ਦੇ ਵੀ ਆਪਸ ਵਿੱਚ ਵਾਦ ਵਿਵਾਦ, ਨਿੰਦਾ, ਵੈਰ ਵਿਰੋਧ, ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ। ਉੱਠੀ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਸੰਸਾਰਾ। ਵਰਨਾ ਵਰਨ ਨ ਭਾਵਨੀ, ਖੈ ਖੈ ਜਲਨ ਬਾਂਸ ਅੰਗਿਆਰਾ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਵਗਦਾ ਪਾਣੀ ਜੇ ਛੋਟੀਆਂ ਛੋਟੀਆਂ ਛੱਪੜੀਆਂ ਵਿੱਚ ਕੈਦ ਹੋ ਜਾਵੇ ਤਾਂ ਸਹਿਜੇ ਸਹਿਜੇ ਉਹ ਨਿਰਮਲ ਪਾਣੀ ਗੰਧਲਾ ਤੇ ਹਾਨੀਕਾਰਕ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦ ਮਾਨਵਤਾ ਨੂੰ ਵੰਡੀਆਂ ਪਾ ਕੇ ਸੀਮਤ ਧਾਰਮਿਕ ਫਿਰਕਿਆਂ ਦੇ ਆਪੂ ਘੜੇ ਅਸੂਲਾਂ ਅਤੇ ਕਰਮਕਾਂਡਾਂ ਦੇ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ, ਤਾਂ ਸਰਬ ਸਾਂਝੀ ਇਲਾਹੀ ਮਾਨਵਤਾ ਵਿੱਚ ਮਜ਼ਹਬੀ ਤਵੱਸਬ, ਈਰਖਾ, ਦੁਐਤ, ਵੈਰ ਵਿਰੋਧ ਦੀ ਗਿਲਾਨੀ ਆ ਜਾਂਦੀ ਹੈ। ਇਸ ਤਰ੍ਹਾਂ ਹੇਠਲੇ ਉੱਤਮ ਆਤਮਿਕ ਉਪਦੇਸ਼ਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਗੁਰਬਾਣੀ ਕੀ ਕਹਿੰਦੀ ਹੈ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ। ਕਉ ਬ੍ਰਹਮਚਾਰੀ, ਕਉ ਜਤਿਅਨ ਮਾਨਬੋ। ਹਿੰਦੂ ਤੁਰਕ, ਕਉ ਰਾਫਜ਼ੀ ਇਮਾਮ ਸਾਫੀ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਇਹਨਾਂ ਉਪਦੇਸ਼ਾਂ ਦੇ ਐਨ ਉਲਟ ਅਸੀਂ ਮਜ਼ਹਬੀ ਤਵੱਸਬ ਦੁਆਰਾ ਮਾਨਵਤਾ ਨੂੰ ਖੇਰੂ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਸਮੁੱਚੇ ਵਿਸ਼ਵ ਵਿੱਚ ਹਰ ਪਾਸੇ ਧਾਰਮਿਕ ਖਿੱਚੋਤਾਣ, ਵੈਰ ਵਿਰੋਧ,
ਖੂਨ ਖਰਾਬਿਆਂ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੋ ਰਿਹਾ ਹੈ। ਅਗਲਾ ਹੈ ਅਧਿਆਤਮਕ ਬੰਧਨ। ਇਹ ਬੰਧਨ ਅਤ ਸੂਖਮ, ਕੋਮਲ ਅਤੇ ਗੁੱਝਾ ਹੋਣ ਕਾਰਨ ਜਗਿਆਸੂ ਨੂੰ ਆਪਣੇ ਆਪ ਇਹਨਾਂ ਦੀ ਸੋਝੀ ਨਹੀਂ ਆ ਸਕਦੀ। ਉਹ ਆਪਣੇ ਜਣੀ ਜਪ ਤਪ, ਪੂਜਾ ਪਾਠ, ਯੋਗ ਸਾਧਨਾ ਅਤੇ ਅਨੇਕਾਂ ਕਿਸਮਾਂ ਦੀ ਘਾਲਣਾ ਘਾਲਦਾ ਹੈ, ਜਿਸ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਸਿੱਖੀ ਸੇਵਕੀ ਬਣ ਜਾਂਦੀ ਹੈ। ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ ਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਤੇ ਵਰ ਸ਼ਰਾਬ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤ ਹੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸ ਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਭਲਾ ਭਲੇਰਾ ਸਾਧ, ਸੰਤ, ਮਹੰਤ, ਆਚਾਰੀਆ, ਗੁਰੂ, ਅਵਤਾਰ, ਸ੍ਰੀ 108 ਆਦਿ ਅਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹਉਮੈ ਦੇ ਨਸ਼ੇ ਨੂੰ ਮਾਣਨ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ੀ ਉੱਚੇ ਸੁੱਚੇ ਆਤਮਿਕ ਭਗਤੀ ਦੇ ਆਦੇਸ਼ ਅਤੇ ਉਦੇਸ਼ ਤੋਂ ਦੁਰਾਡੇ ਹੁੰਦੇ ਜਾਂਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਅਤੇ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸ ਦੀ ਆਪਣੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਚੜ੍ਹਦੀਆਂ ਕਲਾਂ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਅਤੇ ਅਧਿਆਤਮਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ, ਸੰਪਰਦਾ, ਠਾਠ ਬਾਠ, ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ ਹਉਮੈ ਦੀ ਮਾਣ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਆਤਮਿਕ ਮੰਜ਼ਿਲ ਭੁੱਲ ਜਾਂਦਾ ਹੈ। ਹਾਂਜੀ, ਫਿਰ ਦੁਹਰਾ ਦਈਏ, ਜਦੋਂ ਜਗਿਆਸੂ ਨੂੰ ਵਡਿਆਈ ਮਿਲਣੀ ਸ਼ੁਰੂ ਹੋ ਜਾਂਦੀ ਹੈ ਲੋਕਾਂ ਵੱਲੋਂ, ਤਾਂ ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਅਤੇ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸ ਦੀ ਆਪਣੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਚੜ੍ਹਦੀ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਅਤੇ ਅਧਿਆਤਮਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ, ਸੰਪਰਦਾ, ਠਾਠ ਬਾਠ, ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ ਹਉਮੈ ਦੀ ਮਾਣ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਅਤੇ ਆਪਣੀ ਆਤਮਿਕ ਮੰਜ਼ਿਲ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਆਦਿ ਅਨੇਕਾਂ ਜੋਗੀ ਆਉਂਦੇ ਹਨ। ਇਸ ਸੂਖਮ ਮਾਣ ਵਡਿਆਈ ਦੇ ਸੂਖਮ ਅਧਿਆਤਮਕ ਗੜ ਨੂੰ ਕੋਈ ਮਹਾਂਪੁਰਖ ਆਤਮਿਕ ਸ਼ਕਤੀ ਦੁਆਰਾ ਅਥਵਾ ਪੂਰਾ ਸਤਿਗੁਰੂ ਹੀ ਤੋੜ ਸਕਦਾ ਹੈ। ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਦੀ ਅਨੇਕਾਂ ਜੋਗੀਆਂ ਨੂੰ ਅਧਿਆਤਮਕ ਬੰਧਨਾਂ ਦੀ ਕੈਦ ਵਿੱਚੋਂ ਕੱਢ ਕੇ ਉਹਨਾਂ ਦੀ ਆਤਮਿਕ ਕਲਿਆਣ ਕੀਤੀ। ਹਾਂਜੀ, ਜੇ ਅਧਿਆਤਮਕ ਬੰਧਨਾਂ ਵਿੱਚ ਫਸ ਜਾਈਏ, ਇਸ ਨੂੰ ਕੌਣ ਕੱਢ ਸਕਦਾ ਹੈ? ਇਸ ਸੂਖਮ ਮਾਣ ਵਡਿਆਈ ਦੇ ਸੂਖਮ ਅਧਿਆਤਮਕ ਗੜ ਨੂੰ ਕੋਈ ਮਹਾਂਪੁਰਖ ਆਤਮਿਕ ਸ਼ਕਤੀ ਦੁਆਰਾ ਅਥਵਾ ਪੂਰਾ ਸਤਿਗੁਰੂ ਹੀ ਤੋੜ ਸਕਦਾ ਹੈ। ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਆਦਿ ਅਨੇਕਾਂ ਜੋਗੀਆਂ ਨੂੰ ਅਧਿਆਤਮਕ ਬੰਧਨਾਂ ਦੀ ਕੈਦ ਵਿੱਚੋਂ ਕੱਢ ਕੇ ਉਹਨਾਂ ਦੀ ਆਤਮਿਕ ਕਲਿਆਣ ਕੀਤੀ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਪਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨ ਆਵੈ ਨਾਉ, ਰਿੱਧ ਸਿੱਧ ਸਭ ਮੋਹ ਹੈ, ਨਾਮ ਨ ਵਸੈ ਮਨ ਆਏ, ਬਿਨ ਨਾਮੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਬੰਧਨ ਤੇ ਫਿਰ ਇਹਨਾਂ ਸਾਰਿਆਂ ਬੰਧਨਾਂ ਦਾ ਇਲਾਜ ਅਗਲੇ ਭਾਗ ਵਿੱਚ ਪੜ੍ਹ ਕੇ ਸਰਵਣ ਕਰਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।